नाल अज मौजूद ने अरुण बजाज। तुसीं इन्हां दा नाम गूगल ते जदों सर्च करोगे नीडल मैन तुहाडे सामने आई जाऊगा। सो बाकी गलबात इन्हां नाल करदे ते तुहानूं दिखांदे इन्हां दा काम ते इन्हां दे अवार्ड। तुसीं किवें सोचे कि नीडल दे नाल पोर्ट्रेट बनाने आ, क्योंकि सीधी जी गल है अजकल दी कुड़ियां हो रही मुंडे हो सूई च धागे तक नहीं पैंदे उन्हां दे तां। मैंने भी जान दे कि बस मरदे मरदे बचे क्योंकि 14 साल ਦੇ ਵਿੱਚ ਮੇਰੇ ਜਦ ਮੈਂ 14 ਸਾਲ ਦਾ ਸੀ ਮੇਰੇ ਫਾਦਰ ਸਾਹਿਬ ਐਕਸਪਾਇਰ ਹੋਏ ਆ जी। ਉਸ ਤੋਂ ਬਾਅਦ ਇਹ ਨਹੀਂ ਪਤਾ ਸੀ ਕਿ ਮੈਂ ਰੋਟੀ ਕਿਵੇਂ ਖਾਵਾਂ ਜੀ। ਕਿ ਮੈਂ ਆਟਾ ਕਿਵੇਂ ਲੈ ਕੇ ਆਵਾਂ। ਖਾਬ ਆਇਆ, ਖਾਬ ਦੇ ਵਿੱਚ ਮੈਂ ਗੁਰੂ ਨਾਨਕ ਦੇਵ ਜੀ ਦਾ ਸਰੂਪ ਦੇਖ ਰਿਹਾ ਸੀ। ਉਸ ਸਰੂਪ ਨੂੰ ਦੇਖਦੇ ਦੇਖਦੇ ਮੈंने ਫਿਰ ਇਹ ਕੰਮ ਸ਼ੁਰੂ ਕਰਿਆ। ਉਹਨਾਂ ਨੇ ਜੋ ਮੈਨੂੰ ਰਸਤਾ ਦਿਖਾਇਆ ਗੁਰੂ ਨਾਨਕ ਦੇਵ ਜੀ ਨੇ, ਅੱਜ ਉਸ ਰਸਤੇ ਦੇ ਹਿਸਾਬ ਨਾਲ ਚੱਲਦੇ ਚੱਲਦੇ ਮੈਨੂੰ ਉਹਨਾਂ ਨੇ ਵਰਲਡ ਦੇ ਵਿੱਚ ਇਕੱਲਾ ਲੈ ਕੇ ਖੜਾ ਕਰ ਦਿੱਤਾ। ਬੜਾ ਸ਼ੁਕਰ ਕਰਦਾ ਜੀ ਬਾਬਾ ਜੀ। सो गबरू टीवी वेख रहे सारे ही दर्शकों ਨੂੰ प्यार भरी सत श्री अकाल। मैं ਤੁਹਾਡੀ ਦੋਸਤ ਤੇ ਹੋਸਟ ਪਿੰਕੀ ਚੌਧਰੀ ਤੇ ਤੁਹਾਡਾ ਸਵਾਗਤ ਕਰਦੀ ਹਾਂ ਸਾਡੇ ਸ਼ੋ ਜੈਮਸ ਆਫ ਪੰਜਾਬ ਦੇ ਵਿੱਚ। ਜੀ ਹਾਂ, ਇਸ ਸ਼ੋ ਦੇ ਵਿੱਚ ਮੈਂ ਤੁਹਾਡੇ ਨਾਲ ਰੋਜ਼ ਰੂਬਰੂ ਕਰਵਾਨੀ ਆ ਪੰਜਾਬ ਦੇ ਨਵੇਂ ਹੁਨਰ ਦੇ ਨਾਲ ਤੇ ਇਦਾਂ ਦੇ ਹੀ ਇੱਕ ਹੁਨਰ ਮੇਰੇ ਨਾਲ ਅੱਜ ਮੌਜੂਦ ਨੇ ਅਰੁਣ ਬਜਾਜ ਜੀ। ਤੁਸੀਂ ਇਹਨਾਂ ਦਾ ਨਾਮ ਗੂਗਲ ਤੇ ਜਦੋਂ ਸਰਚ ਕਰੋਗੇ ਨੀਡਲ ਮੈਨ ਤੁਹਾਡੇ ਸਾਹਮਣੇ ਆਈ ਜਾਊਗਾ। ਸੋ ਬਾਕੀ ਗੱਲਬਾਤ ਇਹਨਾਂ ਨਾਲ ਕਰਦੇ ਤੇ ਤੁਹਾਨੂੰ ਦਿਖਾਉਂਦੇ ਇਹਨਾਂ ਦਾ ਕੰਮ ਤੇ ਇਹਨਾਂ ਦੇ ਅਵਾਰਡਸ ਬਾਰੇ ਤਾਂ ਇਹਨਾਂ ਦੇ ਮੂੰਹੋਂ ਹੀ ਸੁਣਨਾ ਬਣਦਾ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਜੀ? ਬਹੁਤ ਵਧੀਆ ਜੀ, ਬਹੁਤ ਵਧੀਆ। ਹੋਰ ਦੱਸੋ ਕੀ ਚੱਲ ਰਿਹਾ ਹੁਣ, ਨਵਾਂ ਕੀ ਚੱਲ ਰਿਹਾ? ਬਸ ਲੱਗੇ ਹੋਏ ਜੀ, ਤਸਵੀਰਾਂ ਬਣਾ ਰਹੇ ਹਾਂ, ਲੋਕਾਂ ਦੇ ਆਰਡਰਸ ਮਿਲ ਜਾਂਦੇ ਜੀ, ਪੋਰਟਰੇਟ ਮਿਲਦੇ ਆ, ਬਣਾਉਂਦੇ ਆ ਜੀ। ਜੀ। ਸੋ ਸਭ ਤੋਂ ਪਹਿਲੀ ਗੱਲ ਕਿ ਤੁਸੀਂ ਕਿਵੇਂ ਸੋਚਿਆ ਕਿ ਨੀਡਲ ਦੇ ਨਾਲ ਪੋਰਟਰੇਟ ਬਣਾਉਣੇ ਆ, ਕਿਉਂਕਿ ਸਿੱਧੀ ਜੀ ਗੱਲ ਹੈ ਅਜਕਲ ਦੀ ਕੁੜੀਆਂ ਹੋਣ ਜਾਂ ਮੁੰਡੇ ਹੋਣ ਸੂਈ 'ਚ ਧਾਗੇ ਤੱਕ ਨਹੀਂ ਪੈਂਦੇ ਉਹਨਾਂ ਤੋਂ ਤਾਂ। ਜੀ ਜੀ, ਇਹ ਐਦਾਂ ਹੈ ਜੀ, ਜਦ ਕਿਸੇ ਚੀਜ਼ ਨਾਲ ਪਿਆਰ ਹੁੰਦਾ ਨਾ, ਕਹਿੰਦੇ ਨਾ ਜਿਹੜੇ ਬਦਾਮ ਖਾ ਕੇ ਅਕਲ ਨਹੀਂ ਆਉਂਦੀ ਹੁੰਦੀ, ਧੱਕੇ ਖਾ ਕੇ ਅਕਲ ਆਉਂਦੀ ਹੁੰਦੀ ਜੀ। ਮੇਰਾ ਜੇ ਪ੍ਰੋਫੈਸ਼ਨ ਸੀ ਸਟਿਚਿੰਗ ਦਾ ਕੰਮ, ਮੇਰੇ ਫਾਦਰ ਸਾਹਿਬ ਸਟਿਚਿੰਗ ਦਾ ਕਰਦੇ ਸੀ, ਮੈਂ ਵੀ ਸਟਿਚਿੰਗ ਕਰਦਾ ਸੀ ਤੇ ਬਸ ਮੇਰੇ ਮਾਈਂਡ 'ਚ ਇਹ ਆਉਂਦਾ ਸੀ ਸ਼ੁਰੂ ਤੋਂ ਕਿ ਮੈਂ ਕੁਝ ਹਟ ਕੇ ਕਰਨਾ ਹੈ। ਹਮੇਸ਼ਾ ਮਨ ਦੇ ਵਿੱਚ ਇਹੀ ਚਾਹ ਹੁੰਦੀ ਸੀ ਕੁਝ ਹਟ ਕੇ ਕਰਨਾ। ਜਿਨ੍ਹਾਂ ਦੇ ਮਨ ਦੇ ਵਿੱਚ ਹੀ ਰਹਿੰਦੀ ਹੈ ਨਾ ਕਿ ਮੈਂ ਕੁਝ ਹਟ ਕੇ ਕਰਾਂਗਾ, ਉਹ ਕੁਝ ਕਰ ਵੀ ਜਾਂਦੇ ਆ, ਕਿਉਂਕਿ ਉਹਦੇ ਵਾਸਤੇ ਤੁਹਾਨੂੰ ਜਾਨ ਦੇਣੀ ਪੈਂਦੀ ਹੈ। ਜੀ। ਮੈंने भी ਜਾਨ ਦੇ ਕੇ ਬਸ ਮਰਦੇ ਮਰਦੇ ਬਚਿਆ, ਕਿਉਂਕਿ 14 ਸਾਲ ਦੇ ਵਿੱਚ ਮੇਰੇ ਜਦ ਮੈਂ 14 ਸਾਲ ਦਾ ਸੀ ਮੇਰੇ ਫਾਦਰ ਸਾਹਿਬ ਐਕਸਪਾਇਰ ਹੋਏ ਆ। ਜੀ। ਉਸ ਤੋਂ ਬਾਅਦ ਇਹ ਨਹੀਂ ਪਤਾ ਸੀ ਕਿ ਮੈਂ ਰੋਟੀ ਕਿਵੇਂ ਖਾਵਾਂਗਾ, ਜੀ। ਕਿ ਮੈਂ ਆਟਾ ਕਿਵੇਂ ਲੈ ਕੇ ਆਵਾਂਗਾ। ਪਰ ਕਹਿੰਦੇ ਆ ਨਾ ਵਕਤ ਜਦ ਬਦਲਦਾ ਹੁੰਦਾ ਹੈ, ਟਾਈਮ ਜ਼ਰੂਰ ਲੱਗ ਜਾਂਦਾ, ਕਈ ਵਾਰ ਕਈਆਂ ਨੂੰ ਜਲਦੀ ਮਿਲ ਜਾਂਦਾ, ਕਈਆਂ ਨੂੰ ਲੇਟ ਮਿਲਦਾ। ਮੈਨੂੰ ਉਸ ਤੋਂ ਵੀ ਜ਼ਿਆਦਾ ਲੇਟ ਮਿਲਿਆ, ਕਿਉਂਕਿ ਮੇਰਾ ਇਸ ਸਫ਼ਰ ਦੇ ਵਿੱਚ ਮੈਨੂੰ 30 ਸਾਲ ਦਾ ਸਫ਼ਰ ਹੋ ਗਿਆ। ਪਰ 30 ਸਾਲ ਤੋਂ ਸਫ਼ਰ ਤੋਂ ਬਾਅਦ ਜੋ ਮੈਨੂੰ ਮਿਲਿਆ, ਪਰ ਉਹ ਦੁਨੀਆ ਨੂੰ ਮਿਲਦਾ ਹੀ ਨਹੀਂ ਹੁੰਦਾ ਜੋ ਮੈਨੂੰ ਮਿਲ ਚੁੱਕਿਆ, ਕਿਉਂਕਿ ਮੈਂ ਵਰਲਡ ਦੇ ਵਿੱਚ ਲਿਆ ਕੇ ਮੈਨੂੰ ਕੱਲਾ ਖੜਾ ਕਰਤਾ ਪਰਮਾਤਮਾ ਨੇ। ਉਹਨਾਂ ਨੇ ਮੇਰੇ ਹੁਨਰ ਨੂੰ ਕਹਿੰਦੇ ਨਾ ਭੂਰ ਪਾਤਿਆ ਜੀ, ਜਿਹਦੇ ਨਾਲ ਮੇਰੇ ਰੰਗ ਲੱਗ ਗਏ। ਜੋ ਵੀ ਪਰਮਾਤਮਾ ਨੇ ਦਿੱਤਾ ਜੀ, ਜਿਵੇਂ ਮੈਨੂੰ ਖਾਬ ਆਇਆ, ਖਾਬ ਦੇ ਵਿੱਚ ਮੈਂ ਗੁਰੂ ਨਾਨਕ ਦੇਵ ਜੀ ਦਾ ਸਰੂਪ ਦੇਖ ਰਿਹਾ ਸੀ। ਉਸ ਸਰੂਪ ਨੂੰ ਦੇਖਦੇ ਦੇਖਦੇ ਮੈंने ਫਿਰ ਕੰਮ ਸ਼ੁਰੂ ਕਰਿਆ। ਉਹਨਾਂ ਨੇ ਜੋ ਮੈਨੂੰ ਰਸਤਾ ਦਿਖਾਇਆ ਗੁਰੂ ਨਾਨਕ ਦੇਵ ਜੀ ਨੇ, ਅੱਜ ਉਸ ਰਸਤੇ ਦੇ ਹਿਸਾਬ ਨਾਲ ਚੱਲਦੇ ਚੱਲਦੇ ਮੈਨੂੰ ਉਹਨਾਂ ਨੇ ਵਰਲਡ ਦੇ ਵਿੱਚ ਕੱਲਾ ਲੈ ਕੇ ਖੜਾ ਕਰਤਿਆ। ਬੜਾ ਸ਼ੁਕਰ ਕਰਦਾ ਜੀ ਬਾਬਾ ਜੀ ਦਾ। ਜੀ, ਤੁਹਾਡੇ ਨਾਮ ਤੇ ਇੰਨੇ ਸਾਰੇ ਅਵਾਰਡਸ ਨੇ। ਸੋ ਸਭ ਤੋਂ ਪਹਿਲਾਂ ਉਹੀ ਗੱਲ ਕਰਨੀ ਤਾਂ ਬਣਦੀ ਹੈ ਕਿ ਕਿਹੜੇ ਅਵਾਰਡਸ ਤੁਹਾਡੇ ਨਾਂ ਦਰਜ ਨੇ, ਥੋੜਾ ਜਿਹਾ ਦੱਸ ਦਿਓ ਸਾਨੂੰ ਵੀ। ਅਵਾਰਡ ਤਾਂ ਜੀ ਮੇਰੇ ਨਾਲ ਸਾਰੇ ਮਿਲ ਚੁੱਕੇ ਆ ਜੀ, ਜ਼ਿਆਦਾਤਰ ਹੁਣ ਵੀ ਜਿੰਨੇ ਚਾਹਾਂ ਤੇ ਇਕੱਠੇ ਕਰੀ ਜਾਵਾਂ, ਕਿਉਂਕਿ ਵਰਲਡ ਦੇ ਵਿੱਚ ਬਣਾਈ ਐਵੇਂ ਰਿਹਾ ਕੱਲਾ ਕੰਮ। ਤੇ ਉਹਦੇ ਵਿੱਚ ਮੇਰੇ ਕੋਲ ਇੰਡੀਆ ਬੁੱਕ ਆਫ ਰਿਕਾਰਡ, ਲਿਮਕਾ, ਯੂਨੀਕ ਵਰਲਡ ਰਿਕਾਰਡ, ਗਿਨੀਜ਼ ਵਰਲਡ ਰਿਕਾਰਡ, ਬਹੁਤ ਕੁਝ ਇਕੱਠਾ ਕਰੀ ਬੈਠਾ। ਹੁਣ ਮੈਨੂੰ ਵਰਲਡ ਬੁੱਕ ਆਫ ਰਿਕਾਰਡ ਮਿਲਿਆ, ਉਹਦੇ ਵਿੱਚ ਸਰਵੇ ਹੋਇਆ ਸੀ ਕਿ ਪੂਰੇ ਦੇਸ਼ਾਂ ਦੇ ਵਿੱਚ 250 ਦੇਸ਼ਾਂ ਦੇ ਵਿੱਚ ਉਹਨਾਂ ਨੇ ਸਰਵੇ ਕਰਿਆ 2.5 ਸਾਲ ਦੇ ਵਿੱਚ, ਕਿ ਜਿਹੜਾ ਕੋਈ ਬੰਦਾ ਇਕੱਲਾ ਕੋਈ ਕੰਮ ਕਰ ਰਿਹਾ ਹੋਵੇ, ਕੋਈ 20 ਕਰ ਰਿਹਾ ਹੈ, ਕੋਈ 50 ਕਰ ਰਿਹਾ ਹੈ, ਕੋਈ 30 ਹੈ, ਕੋਈ 40 ਹੈ, ਪਰ ਮੇਰਾ ਕੰਮ ਜਦ ਸਰਵੇ 2.5 ਸਾਲ ਬਾਅਦ ਆਇਆ ਤਾਂ ਮੈਨੂੰ ਵਰਲਡ ਬੁੱਕ ਆਫ ਰਿਕਾਰਡ ਮਿਲਿਆ, ਜਿਹੜਾ ਮੈਂ ਵਰਲਡ ਦੇ ਵਿੱਚ ਇਕੱਲਾ ਕੰਮ ਬਣਾ ਰਿਹਾ। ਕਿਉਂਕਿ ਸਿੰਪਲ ਪੁਰਾਣੀ 100 ਸਾਲ ਮਸ਼ੀਨ ਦੇ ਨਾਲ ਬਣਾਉਣਾ ਪੋਸੀਬਲ ਨਹੀਂ ਹੈ, ਉਹ ਵੀ ਹੂਬਹੂ ਸੇਮ ਤਸਵੀਰ ਬਣਾਉਣੀ। ਇਹ ਤਾਂ ਸਿਰਫ ਗੋਡ ਗਿਫਟ ਹੀ ਹੈ ਜੀ, ਪਰਮਾਤਮਾ ਹੀ ਕਰਾ ਰਿਹਾ, ਮੇਰੇ ਹੱਥ 'ਚ ਕੁਛ ਨਹੀਂ, ਬੜਾ ਮਿਲਿਆ ਜੀ ਪਰਮਾਤਮਾ ਤੋਂ। ਸੋ ਸਭ ਤੋਂ ਪਹਿਲਾਂ ਜਦੋਂ ਤੁਸੀਂ ਬਣਾਇਆ ਸੀ ਪੋਰਟਰੇਟ ਤਾਂ ਫੈਮਿਲੀ ਵੱਲੋਂ ਕੀ ਰਿਐਕਸ਼ਨ ਸੀ? ਕਿਉਂਕਿ ਨਾ ਅੱਜਕੱਲ ਵੀ ਕਿਹਾ ਜਾਂਦਾ ਤੇ ਪਹਿਲਾਂ ਵੀ ਇਹ ਗੱਲ ਕਿਹਾ ਜਾਂਦਾ ਸੀ ਮੁੰਡਿਆਂ ਨੂੰ ਸਪੈਸ਼ਲੀ ਕਿ ਪਹਿਲਾਂ ਭਾਈ ਤੂੰ ਆਪਣੀ ਰੋਜ਼ੀ ਰੋਟੀ ਦਾ ਦੇਖ, ਆਪਣੀ ਆਰਟ ਦੀ ਪ੍ਰੈਫਰੈਂਸ ਭਾਵੇਂ ਨਾਲ ਆਪਣੇ ਸ਼ੌਂਕ ਨਾਲ ਪੁਗਾਈ। ਸੋ ਤੁਹਾਨੂੰ ਐਸਾ ਕੁਝ ਸੁਣਨ ਨੂੰ ਮਿਲਿਆ ਹੋਵੇ? ਬਹੁਤ ਕੁਝ ਮਿਲਿਆ ਜੀ, ਮੈਨੇ ਤਾਂ ਜੁੱਤੀਆਂ ਵੀ ਖਾਈਆਂ, ਚਿੱਤਰ ਵੀ ਖਾਏ ਆ, ਭੁੱਖੇ ਵੀ ਰਹੇ ਆ, ਕਿਉਂਕਿ ਜਦ ਘਰ ਦੇ ਕਹਿੰਦੇ ਸੀ ਤੁਸੀਂ ਆਹ ਬਣਾਈ ਜਾਓਗੇ ਤੈਨੂੰ ਖਰੀਦੇਗਾ ਕੌਣ ਜੀ, ਕਿਉਂਕਿ ਪਹਿਲਾਂ ਆਪਾਂ ਨੂੰ ਬਣਾਉਂਦੇ ਮਹੀਨਾ, 2 ਮਹੀਨੇ, 6 ਮਹੀਨੇ, ਸਾਲ ਲੱਗ ਜਾਂਦਾ ਤੇ ਉਹਦੇ ਵਿੱਚ ਖਰਚਾ ਵੀ ਹੁੰਦਾ। ਕੋਈ ਥਰਡ ਪਰਸਨ ਤਾਂ ਹੈ ਨਹੀਂ ਜਿਹੜਾ ਮੈਨੂੰ ਪੈਸੇ ਲਿਆ ਕੇ ਦੇ ਦੇਗਾ। ਮੈंने ਕੀ ਕਰਿਆ, ਮੈਨੂੰ 2 ਰਸਤੇ ਦਿਖਾਏ ਸੀ, ਜਾਂ ਤਾਂ ਮੈਂ ਉਦਾਂ ਹੀ ਚੱਲਦਾ ਰਹਾਂ ਜਿਵੇਂ ਦੁਨੀਆ ਚੱਲ ਰਹੀ ਹੈ, ਰੋਜ਼ ਸਵੇਰੇ 200 300 500 ਹਜ਼ਾਰ ਦਾ ਕੰਮ ਕਰਿਆ ਤੇ ਸ਼ਾਮ ਨੂੰ ਜਾ ਕੇ ਆਪਣਾ ਖਰਚਾ ਪੂਰਾ ਕਰ ਲਿਆ, ਜਾਂ ਮੈਂ ਫਿਰ ਇਸ ਨੂੰ ਸਾਰੀ ਚੀਜ਼ ਨੂੰ ਪਿੱਛੇ ਕਰਕੇ ਆਪਣਾ ਜਿਹੜਾ ਮੇਰਾ ਡ੍ਰੀਮ ਹੈ ਇਸ ਨੂੰ ਕਰਾਂ
ਤੇ ਅੱਜ ਨਹੀਂ ਮਿਲੇਗਾ ਪਰ ਆਉਣ ਵਾਲਾ ਸਮਾਂ ਮੇਰਾ ਹੋਏਗਾ। ਮੇਰੇ ਦੋਨੋਂ ਵਿੱਚ ਮੈंने ਬੜਾ ਸੋਚ ਕੇ ਫਿਰ ਮੈਨੂੰ ਇਹ ਲੱਗਾ ਕਿ ਜੋ ਮੈਨੂੰ ਗੁਰੂ ਨਾਨਕ ਦੇਵ ਜੀ ਨੇ ਰਾਹ ਦਿਖਾਇਆ ਮੈਂ ਉਸ ਰਾਹ ਤੇ ਚੱਲਾਂਗਾ। ਉਹਦੇ 'ਚ ਮੈਨੂੰ ਹੁਣ ਨਹੀਂ ਮਿਲੇਗਾ ਪਰ ਸਮਾਂ ਪੈਣ ਤੋਂ ਬਾਅਦ ਕਿਆ ਪਤਾ ਮੈਨੂੰ ਕਿਆ ਮਿਲ ਜੇ। ਜੀ ਮੈंने ਸਫ਼ਰ ਨੂੰ ਤੈਅ ਕਰਨ ਵਾਸਤੇ ਮੇਰੇ 5-6 ਸਾਲ ਲੱਗੇ। ਮਤਲਬ ਤੁਸੀਂ ਪੂਰਾ ਰਿਸਕ ਲਿੱਤਾ? ਰਿਸਕ ਲਿਆ ਜੀ। ਬੈਂਕ 'ਚੋਂ ਮੈंने ਲੋਨ ਲਿਆ, ਮੈंने ਲੋਕਾਂ ਦੇ ਵਿਆਹ ਸੇ ਪੈਸੇ ਫੜੇ, ਬੜਾ ਕੁਝ ਕਰਿਆ ਘਰ ਦੇ ਖਰਚੇ ਵਾਸਤੇ। ਮੈंने ਬਹੁਤ ਕੁਝ ਕਰਿਆ ਜਿਹਦੇ ਵਿੱਚ ਮੈਂ ਲੱਗਿਆ ਹੀ ਰਿਹਾ, ਤਸਵੀਰਾਂ ਹੀ ਬਣਾਉਂਦਾ ਰਿਹਾ। ਜਦ ਮੈंने ਤਸਵੀਰਾਂ ਬਣਾ ਕੇ 5-6 ਸਾਲਾਂ ਤੋਂ ਬਾਅਦ ਮੈंने ਬਾਹਰ ਕੱਢੀਆਂ। ਇਹ ਮੈंने 2014 ਤੋਂ ਮੈंने ਕੰਮ ਬਾਹਰ ਕੱਢਿਆ, ਅੱਜ 2023 ਚੱਲ ਰਿਹਾ। ਜਿਸ ਟਾਈਮ ਮੈਨੂੰ ਬਾਹਰ ਕੱਢਿਆ ਲਿਆ ਕੇ ਤਾਂ ਲੋਕ ਫਿਰ ਦੇਖਦੇ ਹੀ ਰਹਿ ਗਏ। ਜੀ ਬਹੁਤ ਹੀ ਵਧੀਆ ਕੰਮ ਹੈ, ਤਾਂ ਹੀ ਦੇਖਦੇ ਰਹਿ ਗਏ। ਅਸੀਂ ਤੁਹਾਡਾ ਇੰਟਰਵਿਊ ਅੱਜ ਕਰ ਰਹੇ ਹਾਂ, ਤੁਹਾਡੇ ਨਾਲ ਮੁਲਾਕਾਤ ਕਰ ਰਹੇ ਹਾਂ ਤੁਹਾਡੇ ਇਸੇ ਕਲਾ ਦੇ ਕਰਕੇ। ਬਟ ਇਹ ਕਲਾ ਜਦੋਂ ਤੁਸੀਂ ਆਪਣੇ ਦਿਮਾਗ ਦੇ ਵਿੱਚ ਆਪਣਾ ਬੈਕ ਸੋਚਦੇ ਹੋ ਜਾਂ ਆਪਣਾ ਪਿਛੋਕੜ ਤੁਸੀਂ ਦੇਖਦੇ ਹੋ ਕਿ ਤੁਹਾਡੇ ਫਾਦਰ ਸਾਹਿਬ ਦਰਜੀ ਸੀ ਤੇ ਤੁਸੀਂ ਇਹ ਚੀਜ਼ਾਂ ਨਵਾਂ ਇੱਕ ਕਾਰਡ ਕੱਢੀ ਹੈ, ਜਦੋਂ ਤੁਸੀਂ ਸਾਰਾ ਕੁਝ ਦੇਖਦੇ ਹੋ ਤਾਂ ਤੁਹਾਨੂੰ ਇਹ ਇੱਕ ਸੁਪਨੇ ਜਿਹਾ ਨਹੀਂ ਲੱਗਦਾ ਕਦੇ? ਨਹੀਂ ਜੀ ਨਹੀਂ, ਕਿਉਂਕਿ ਜਿਹੜਾ ਬੰਦਾ ਜ਼ਮੀਨ ਤੋਂ ਉੱਠਿਆ ਹੋਇਆ ਹੁੰਦਾ ਨਾ ਉਹਨੂੰ ਕੁਝ ਵੀ ਨਹੀਂ ਲੱਗਦਾ। ਮੈਨੂੰ ਕੋਈ ਨਹੀਂ ਲੱਗਦਾ ਕਿ ਮੈਂ ਕੋਈ ਸਟਾਰ ਹਾਂ ਜਾਂ ਮੈਂ ਕੁਝ ਹੋ ਹਾਂ ਜਾਂ ਮੈਂ ਵਰਲਡ 'ਚ ਇਕੱਲਾ ਬਣਾ ਰਿਹਾ। ਨਹੀਂ ਜੀ, ਕਿਉਂਕਿ ਜਿਹੜਾ ਆਰਟਿਸਟ ਬੰਦਾ ਹੋਏਗਾ ਨਾ ਉਹ ਸੇਲਸਮੈਨ ਨਹੀਂ ਹੋਏਗਾ। मैंने ये काम ऐसा करा क्योंकि मेरे परमात्मा ने अगर साथ दिता ਤਾਂ मैं कर पाया, अदरवाइज मैं बना नहीं सकता। नहीं तो होर कोई क्यों नहीं बना सकता, क्योंकि वो पैसे कमाने के चक्कर पीछे लगेगा, वो तां नहीं बना सकता। मैंने सिर्फ इहदे नाल भगती करी है, इहदे नाल मैंने प्यार करिया, पर मैंने पैसों नूं अगे नहीं रखिया। वो अज परमात्मा ने मैनूं उसी दे गुण दिता है जिहड़ा मैं अज गुण मेरा कामयाब होया। जिहड़ा भी मैं पोर्ट्रेट बनाना रात ਨੂੰ ਕੁਝ ਹੋਰ ਹੁੰਦਾ, ਸਵੇਰੇ ਕੁਝ ਹੋਰ ਹੋ ਜਾਂਦਾ ਹੈ। ਉਹ ਤਾਂ ਮੈਂ ਆਪਣੀ ਅੱਖੋਂ ਦੇਖਿਆ ਤੇ ਫਿਰ ਮੈਂ ਉਹਦੇ 'ਚ ਕੀ ਕਵਾਂਗਾ ਕਿ ਮੈਂ ਬਣਾਇਆ? ਮੈਂ ਤਾਂ ਇਹਦੇ 'ਚ ਹੈ ਹੀ ਨਹੀਂ ਹੈ, ਇਹ ਸਿਰਫ ਤੂੰ ਹੈ ਜਿਹੜਾ ਬਣਾ ਰਿਹਾ। ਜੀ ਸੋ ਸਭ ਤੋਂ ਪਹਿਲਾਂ ਪੋਰਟਰੇਟ ਬਣਾਉਣ ਨੂੰ ਤੁਹਾਨੂੰ ਕਿੰਨਾ ਟਾਈਮ ਲੱਗਿਆ ਸੀ? ਪਹਿਲਾਂ ਮੈंने ਗੁਰੂ ਨਾਨਕ ਦੇਵ ਜੀ ਦਾ ਪੋਸਟਰ ਬਣਾਇਆ ਸੀ ਜੀ। ਮੈंने ਪੋਰਟਰੇਟ ਬਣਾਉਣ ਨੂੰ ਮੈਨੂੰ ਲੱਗਿਆ ਸੀ ਉਹਨੂੰ 1 ਹਫ਼ਤਾ, 1 ਵੀਕ। ਉਹ 1 ਵੀਕ ਦੇ ਵਿੱਚ ਬਹੁਤ ਸੋਹਣਾ ਬਣਿਆ, ਲੋਕਾਂ ਨੇ ਬਹੁਤ ਪਸੰਦ ਕਰਿਆ। ਫਿਰ ਲੋਕਾਂ ਨੇ ਕਿਹਾ ਕਿ ਤੂੰ ਇਸ ਤੋਂ ਬੜਾ ਬਣਾ। फिर मैंने कृष्ण जी की शुरू करी सी ਜਿਹੜੀ 6 फीट बाय 4 फीट ਦੀ ਬਣੀ ਹੋਈ ਹੈ। ਇਸ ਨੂੰ 5 ਵਰਲਡ ਰਿਕਾਰਡ ਇਸ ਨੂੰ ਮਿਲੇ ਹੋਏ ਹੈ। ਤੇ ਬਸ ਉਸ ਤੋਂ ਬਾਅਦ ਮੈਂ ਰੁਕਿਆ, ਉਹਨੂੰ 3 ਸਾਲ ਲੱਗੇ ਬਣਾਉਂਦੇ। ਇੱਕ ਤਸਵੀਰ ਦੇ ਵਿੱਚ ਮੈਂ 3 ਸਾਲ ਲੱਗਿਆ ਰਿਹਾ। मैंने ਉਹਦੇ 'ਚ ਬੈਂਕ 'ਚੋਂ 1.25 ਲੱਖ ਰੁਪਏ ਦਾ ਲੋਨ ਲੈ ਕੇ ਉਹਦੇ 'ਚ ਮਟੀਰੀਅਲ ਲਿਆ ਕੇ ਮੈंने ਉਹਨੂੰ ਬਣਾਇਆ ਸੀ। ਪਰ ਇਹ ਨਹੀਂ ਪਤਾ ਸੀ ਕਦ ਤੱਕ ਵਿਕੇਗੀ, ਕਦ ਜਾਏਗੀ। ਪਰ ਉਸ ਫੋਟੋ ਨੇ ਹੀ ਮੈਨੂੰ 5 ਵਰਲਡ ਰਿਕਾਰਡ ਦਿਲਾ ਦਿੱਤੇ। ਬਹੁਤ ਹੀ ਵਧੀਆ ਤਸਵੀਰ ਹੈ, ਆਂਦੇ ਸਾਡੀ ਨਿਗਾਹ ਵੀ ਇਸ ਤਸਵੀਰ ਤੇ ਪਈ ਸੀ। ਸੋ ਐਪਰੀਸ਼ੀਏਸ਼ਨ ਤਾਂ ਜ਼ਰੂਰ ਬਣਦੀ ਹੈ ਤੁਹਾਡੀ। ਬਟ ਕੀ ਲੱਗਦਾ ਕਿ ਆਪਣੇ ਪੰਜਾਬ ਦੇ ਵਿੱਚ ਅਕਸਰ ਆਪਾਂ ਇਹ ਦੇਖਦੇ ਕਿ ਕਲਾ ਬਹੁਤ ਲੋਕਾਂ ਦੇ ਵਿੱਚ ਹੈ, ਪਰ ਇਸ ਨੂੰ ਐਪਰੀਸ਼ੀਏਟ ਕਰਨ ਦੇ ਲਈ ਗਵਰਨਮੈਂਟ ਵੱਲੋਂ ਕੋਈ ਐਸੇ ਮੈਂ ਖਾਸ ਗੱਲਾਂ ਸੁਣੀਆਂ ਨਹੀਂ ਹੈ ਕਿ ਕੋਈ ਸਕੀਮ ਆਈ ਹੋਵੇ, ਕਿਸੇ ਨੂੰ ਕੋਈ ਅਵਾਰਡ ਦਿੱਤਾ ਜਾਵੇ ਸਟੇਟ ਗਵਰਨਮੈਂਟ ਵੱਲੋਂ। ਤੁਹਾਨੂੰ ਮਤਲਬ ਇਸ ਚੀਜ਼ ਤੇ ਤੁਹਾਡੀ ਕੀ ਰਾਏ ਹੈ? ਦੇਖੋ ਜੀ, ਮੈਂ ਤਾਂ ਗਵਰਨਮੈਂਟ ਦਾ ਤਾਂ ਬੁਰਾ ਹਾਲ ਹੈ, ਚਾਹੇ ਉਹ ਕਿਹੜੀ ਮਰਜ਼ੀ ਸਰਕਾਰ ਹੋਵੇ। ਮੈਂ ਇਹ ਨਹੀਂ ਕਹਿੰਦਾ A ਸਰਕਾਰ, B ਸਰਕਾਰ, C ਸਰਕਾਰ ਜੀ, ਸਾਰੀਆਂ ਸਰਕਾਰਾਂ ਇੱਕੋ ਜਿਹੀਆਂ ਹੀ ਹੈ। ਪਹਿਲਾ ਬੰਦਾ ਕੁਝ ਹੋਰ ਹੁੰਦਾ, ਬਾਅਦ ਚ ਜਦੋਂ ਸੱਤਾ ਦੇ ਵਿੱਚ ਆ ਜਾਂਦਾ ਕੁਝ ਹੋਰ ਹੋ ਜਾਂਦਾ, ਉਹਨਾਂ ਦਾ ਦਿਮਾਗ ਬਦਲ ਜਾਂਦਾ ਜੀ। ਕਿਸੇ ਚੀਜ਼ ਦਾ ਕੋਈ ਇਹਨਾਂ ਦਾ ਰੁਕ ਨਹੀਂ ਹੋਇਆ। ਅੱਜ ਕੱਲ ਨਸ਼ਾ ਵੀ ਉਦਾਂ ਹੀ ਚੱਲ ਰਿਹਾ, ਚਿੱਟਾ ਵੀ ਉਦਾਂ ਹੀ ਚੱਲ ਰਿਹਾ। ਇਹ ਲੋਕਾਂ ਨੂੰ ਜਾਣ ਬੂਝ ਕੇ ਇਹਨਾਂ ਚੀਜ਼ਾਂ ਦੇ ਵਿੱਚ ਪਾਇਆ ਗਿਆ। ਮੈਂ ਤਾਂ ਹੀ ਦੱਸ ਰਿਹਾ ਕਿਉਂਕਿ ਪੰਜਾਬ ਨੂੰ ਵੈਸੇ ਹੀ ਮਤਰੇਈ ਮਾਲਾ ਪਿਆਰ ਕਰਦੇ ਆ ਜੀ। ਇਹਦੇ 'ਚ ਕੀ ਹੁੰਦਾ ਹੈ, ਜਿਹੜਾ ਆਰਟਿਸਟ ਹੈ ਉਹ ਇੰਨੀ ਮਿਹਨਤ ਕਰਕੇ, ਇੰਨੀ ਤਰੱਕੀ ਕਰਕੇ, ਇਨੋਵੇਸ਼ਨ ਕਰਕੇ ਨਵੀਂ ਚੀਜ਼ ਕੱਢ ਰਿਹਾ ਹੈ। ਅਗਰ ਉਹਨੂੰ ਸਪੋਰਟ ਨਹੀਂ ਮਿਲ ਰਹੀ, ਲੋਕਾਂ ਦੀ ਨਹੀਂ ਮਿਲ ਰਹੀ, ਸਰਕਾਰ ਦੀ ਨਹੀਂ ਮਿਲ ਰਹੀ, ਐਂਡ ਉਹ ਕੀ ਕਰੇਗਾ? ਉਹ ਨਸ਼ਾ ਹੀ ਕਰੇਗਾ। ਬਿਲਕੁਲ, ਕਿਉਂਕਿ ਉਹਨੇ ਕਿਹਾ ਕਿ ਮੈਂ ਸਾਰੀ ਜ਼ਿੰਦਗੀ ਤੇ ਇਸ ਤੇ ਲਗਾਤੀ, ਮੈਨੂੰ ਇਸ ਤੋਂ ਹਾਸਲ ਕੀ ਹੋਇਆ? ਕਿਉਂਕਿ ਕਿਸੇ ਨੇ ਸਪੋਰਟ ਨਹੀਂ ਦਿੱਤੀ। ਮੈਂ ਇਸ ਚੀਜ਼ ਤੇ ਤਾਂ ਜਮਿਆ ਰਿਹਾ ਕਿਉਂਕਿ ਮੈਂ ਲੋਕਾਂ ਨੂੰ ਵੀ ਮੋਟੀਵੇਟ ਕਰਦਾ ਰਿਹਾ, ਯਾਰ ਮੇਰਾ ਬਣ ਗਿਆ ਤੁਹਾਡਾ ਵੀ ਬਣ ਜਾਏਗਾ, ਕੋਈ ਗੱਲ ਨਹੀਂ, ਸਰਕਾਰਾਂ ਨੂੰ ਛੱਡ ਦਿਓ। ਪਰ ਸਰਕਾਰਾਂ ਨੂੰ ਇਹ ਚਾਹੀਦਾ ਹੈ ਕਿ ਜਿਹੜੇ ਐਡੇ ਐਡੇ ਬੜੇ ਆਰਟਿਸਟ ਹੈ, ਛੋਟਾ ਆਰਟਿਸਟ ਹੈ, ਬੜਾ ਆਰਟਿਸਟ, ਉਹ ਕੁਝ ਸੋਚ ਕੇ ਚੱਲਦਾ ਕਿ ਮੇਰੀ ਅੱਗੋਂ ਸਪੋਰਟ ਬਣੇਗੀ, ਮੈਨੂੰ ਸਪੋਰਟ ਕਰਨਗੇ। ਲੋਕ ਸਪੋਰਟ ਕਰਦੇ ਆ, ਜਿਨ੍ਹਾਂ ਦੇ ਲੋਕ ਜਿਵੇਂ ਮੈਨੂੰ ਪੋਰਟਰੇਟ ਦਾ ਆਰਡਰ ਦੇ ਦਿੰਦੇ ਆ, ਉਹ ਸਪੋਰਟ ਕਰਦੇ ਆ ਕਿ ਯਾਰ ਇਹ ਬੱਚੇ ਨੇ ਮਿਹਨਤ ਕਰੀ ਹੈ, ਇਸ ਬੱਚੇ ਨੇ ਇੰਨੇ ਸਾਲ ਲਾਏ ਆ, ਇੰਨੀ ਸੋਹਣੀ ਤਸਵੀਰ ਬਣਾਉਂਦਾ, ਆਪਾਂ ਇੱਕ ਤਸਵੀਰ ਬਣਵਾ ਲੈਂਦੇ ਆ। ਲੋਕ ਕਰਦੇ ਆ, ਪਰ ਜਿਹੜੀ ਸਰਕਾਰ ਹੈ ਉਹ ਨਹੀਂ ਗੌਰ ਕਰਦੀ। ਸਰਕਾਰਾਂ ਨੂੰ ਵੈਸੇ ਗੌਰ ਕਰਨਾ ਚਾਹੀਦਾ ਹੈ। ਉਸ ਵੱਲੋਂ ਤਾਂ ਬਿਲਕੁਲ ਮਤਰੇਈ ਮਾਲਾ ਕੰਮ ਹੈ ਜੀ। ਜਿਵੇਂ ਕਿ ਆਪਾਂ ਗੱਲਬਾਤ ਕਰ ਰਹੇ ਸੀ, ਤੁਸੀਂ ਦੱਸਿਆ ਸੀ ਮੋਦੀ ਜੀ ਨਾਲ ਤੁਹਾਡੀ ਮੁਲਾਕਾਤ ਹੋਈ ਸੀ। ਇੱਥੇ ਅਸੀਂ ਤਸਵੀਰ 'ਚ ਦੇਖ ਸਕਦੇ ਹਾਂ ਸਮ੍ਰਿਤੀ ਇਰਾਨੀ ਨਾਲ ਤੁਹਾਡੀ ਮੁਲਾਕਾਤ ਹੋਈ ਸੀ। ਸੋ ਤੁਹਾਨੂੰ ਅਵਾਰਡ ਦਿੱਤੇ, ਐਪਰੀਸ਼ੀਏਟ ਕੀਤਾ ਹੈ, ਬਟ ਕਦੇ ਫੀਲ ਨਹੀਂ ਹੁੰਦਾ ਕਿ ਤੁਹਾਨੂੰ ਜਿਵੇਂ ਬਾਕੀ ਸੈਂਟਰ ਦੀ ਸਰਕਾਰੀ ਇਨੀਸ਼ੀਏਟਿਵ ਲੈ ਰਹੀ ਹੈ ਤੇ ਪੰਜਾਬ ਦੀ ਸਰਕਾਰ ਨੂੰ ਵੀ ਕੋਈ ਇਨੀਸ਼ੀਏਟਿਵ ਲੈਣਾ ਚਾਹੀਦਾ? ਦੇਖੋ ਜੀ, ਮੈਂ ਤਾਂ ਹੈਰਾਨ ਹੈਗਾ। ਮੈਨੂੰ ਤਾਂ ਇਹ ਸੀ ਕਿ ਚਲ ਆਮ ਆਦਮੀ ਪਾਰਟੀ ਆ ਜਾਏਗੀ, ਸ਼ਾਇਦ ਕੁਝ ਉਮੀਦ ਬਣ ਜਾਏਗੀ, क्योंकि पहला कैप्टन साहब को गया कुछ नहीं होया, बादल साहब को गया कुछ नहीं होया, मिले सारे हैं। इन्होंने अवार्ड भी अनाउंस करे हुए हैं कि पंजाब रत्न देवांगे, स्टेट अवार्ड, ये तो छोटियां मोटियां चीज़ां हैं। ਜਿਹੜਾ ਬੰਦਾ ਵਰਲਡ ਵਾਈਡ ਦੇ ਵਿੱਚ ਤੁਹਾਡੇ ਪੰਜਾਬ ਦੇ ਵਿੱਚ ਇਕੱਲਾ ਕੰਮ ਕਰ ਰਿਹਾ ਹੈ ਤੇ ਪੰਜਾਬ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਮੈਨੇ ਰੋਸ਼ਨ ਕਰਿਆ, ਇੰਡੀਆ ਦਾ ਨਾਮ। ਬਿਲਕੁਲ। ਤੇ ਅਗਰ ਮੈਨੂੰ ਪੀਐਮ ਮੋਦੀ ਸਾਹਿਬ ਬੁਲਾ ਸਕਦੇ ਆ, ਉੱਥੇ ਬੁਲਾ ਕੇ ਮੇਰੇ ਨਾਲ 1 ਘੰਟਾ ਬੈਠੇ ਆ, ਨਹੀਂ ਤਾਂ ਉਹਨਾਂ ਕੋਲ ਟਾਈਮ ਕਿੱਥੇ ਹੈ? ਨਾਲੇ ਉਹਨਾਂ ਨੇ ਮੇਰਾ ਟਵੀਟ ਵੀ ਕਰਿਆ, ਸਮ੍ਰਿਤੀ ਇਰਾਨੀ ਜੀ ਵੀ ਮਿਲੇ, ਉਹਨਾਂ ਨੇ ਵੀ ਟਵੀਟ ਕਰਿਆ। ਈਵਨ ਕਿ ਰਾਸ਼ਟਰਪਤੀ ਜੀ ਜਦ ਮਿਲੇ ਆ, ਮੈਨੂੰ ਇਨੋਵੇਸ਼ਨ ਪੁਰਸਕਾਰ ਮਿਲਿਆ ਤੇ ਉਹਨਾਂ ਨੇ ਵੀ ਟਵੀਟ ਕਰਿਆ।
ਜੋ ਸੈਂਟਰੀ ਸਰਕਾਰ ਕਰ ਸਕਦੀ ਹੈ ਤੇ ਫਿਰ ਆਪਣੀ ਪੰਜਾਬ ਦੀ ਸਰਕਾਰ ਨੂੰ ਕੀ ਹੋਇਆ ਹੈ? ਕਿਉਂਕਿ ਮੇਰੀ ਵੀਡੀਓਜ਼ ਵੀ ਹੈਗੀਆਂ, ਲੋਕ ਮੈਨੂੰ ਦੇਖਦੇ ਵੀ ਹੈਗੇ, ਲੋਕ ਪਸੰਦ ਵੀ ਕਰਦੇ ਆ ਕਿ ਇਹਨਾਂ ਨੂੰ ਪਤਾ ਨਹੀਂ ਕਿ ਮੈਂ ਇਹ ਕੰਮ ਕਰ ਰਿਹਾ। ਜਿਹੜਾ ਬੰਦਾ ਇੱਕ ਚੀਜ਼ ਪਹਿਲਾਂ ਮੈਂ ਕਹਿੰਦਾ ਇਹਨੂੰ ਸਰਵੇ ਕਰ ਲਓ, ਪਤਾ ਕਰ ਲਓ। ਮੈंने ਮੋਦੀ ਜੀ ਨੂੰ ਵੀ ਇਹੀ ਚੈਲੰਜ ਰੱਖਿਆ ਸੀ ਕਿ ਜਿਹੜਾ ਮੈਂ ਕੰਮ ਬਣਾ ਰਿਹਾ ਤਾਂ ਸਰਵੇ ਕਰੋ, ਅਗਰ ਮੇਰੇ ਨਾਲ ਦਾ ਤੁਹਾਨੂੰ ਕੋਈ ਦੂਜਾ ਮਿਲਦਾ ਹੈ ਤੁਸੀਂ ਮੈਨੂੰ ਨਾ ਬੁਲਾਓ, ਅਗਰ ਨਹੀਂ ਮਿਲਦਾ ਤਾਂ ਮੈਨੂੰ ਬੁਲਾਓ, ਮੈਂ ਤੁਹਾਨੂੰ ਮਿਲਣਾ ਚਾਹੁੰਦਾ। 6 ਮਹੀਨੇ ਬਾਅਦ ਉਹਨਾਂ ਦੀ ਮੈਨੂੰ ਲੈਟਰ ਆਈ ਹੈ ਕਿਉਂਕਿ ਉਹਨਾਂ ਨੇ ਮੈਨੂੰ ਖੁਦ ਕਿਹਾ ਕਿ ਅਸੀਂ ਸਾਰਾ ਸਰਵੇ ਕਰਿਆ, ਸਾਨੂੰ ਕੋਈ ਸਿਲਾਈ ਮਸ਼ੀਨ ਨਾਲ ਪੋਰਟਰੇਟ ਬਣਾਉਣ ਵਾਲਾ ਬੰਦਾ ਨਹੀਂ ਮਿਲਿਆ। ਫਿਰ ਪੰਜਾਬ ਸਰਕਾਰ ਨੂੰ ਐਸਾ ਕੀ ਹੋਇਆ ਜਿਨ੍ਹਾਂ ਲੋਕਾਂ ਨੇ ਉਮੀਦਾਂ ਲਾਈਆਂ ਸੀ ਕਿ ਆਮ ਆਦਮੀ ਪਾਰਟੀ ਸਾਡਾ ਬਹੁਤ ਕੁਝ ਕਰੇਗੀ, ਮੈਨੂੰ ਵੀ ਬਹੁਤ ਉਮੀਦਾਂ ਸੀ ਕਿ ਬਹੁਤ ਕੁਝ ਹੋਏਗਾ, ਪਰ ਮੈਂ ਜਦ ਵੀ ਕਿਸੇ ਨੂੰ ਮਿਲਣ ਦੀ ਕੋਸ਼ਿਸ਼ ਕਰਦਾ ਅੱਗੋਂ ਡਿਮਾਂਡ ਆ ਜਾਂਦੀ ਹੈ ਕਿ ਸਾਨੂੰ ਵੀ ਪੋਰਟਰੇਟ ਬਣਾ ਕੇ ਦੇ ਦਿਓ। ਹੁਣ ਮੈਂ ਕਿੰਨੇ ਕੁ ਪੋਰਟਰੇਟ ਬਣਾ ਕੇ ਪਹਿਲਾਂ ਦਵਾਂ, ਕਿੰਨੀਆਂ ਪੌੜੀਆਂ ਦੇ ਪੋਰਟਰੇਟ ਦਵਾਂ, ਉਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਮੈਂ ਮਿਲਾਂ। ਅਗਰ सीएम साहब अगर देख रहे हो तो मेरी रिक्वेस्ट है जब भी तुहानू मिलना चाहो तो पहले डिमांड्स आंदियां कि सानू बना के दे दो, उस तो बाद तुहाडे कोल जाया जा सकता है। तो कुछ ऐसा भी करो कि जिहड़ा बंदा डायरैक्ट तुहाडे नाल गल कर सके ते तुहानू पुछ सके कि इनोवेशन करन तो बाद, वर्ल्ड वाइड होने तो बाद, पंजाब दा नाम रोशन करन तो बाद की हासिल होया। बच्चे भी मेरे तो ही पूछते हैं कि सर असीं ये काम सीख रहे हैं, सानू उस तो बाद की मिलेगा? क्योंकि अगर सरकार ही नहीं पूछेगी तो बेचारे अगे बच्चे हिम्मत कित्थों मारनगे। मैं एक गल कहना जी, ज्यादा अमीर बंदा जिहड़ा वो तो काम करेगा नहीं क्योंकि उहदे कोल पैसा है। जिहड़ा आम बंदा नॉर्मली वाला बंदा काम करेगा उन्हें अपना घर का खर्चा भी चलाना। हुण इस आर्ट नूं ਆਪਾਂ ਬਣਾ ਲਿਆ, ਆਪਣੀ ਰੋਜੀ ਰੋਟੀ ਕਰ ਲਈ, ਉਹ ਤਾਂ ਅਸੀਂ ਖਾ ਹੀ ਰਹੇ ਹਾਂ, ਪਰ ਜਿਹੜਾ ਅਸੀਂ ਨਾਮ ਰੋਸ਼ਨ ਕਰਦੇ ਆ ਦੁਨੀਆ 'ਚ ਜਾ ਕੇ, ਅਗਲਾ ਕਹਿੰਦਾ ਕਿੱਥੋਂ ਆਇਆ? ਪੰਜਾਬ ਦਾ ਜੀ, ਇੰਡੀਆ ਦਾ ਜੀ, ਇਹ ਵਰਲਡ ਦੇ ਵਿੱਚ ਇਕੱਲਾ ਬੰਦਾ ਜੀ ਪੰਜਾਬੀ ਹੈ ਜੀ। ਫਿਰ ਸਾਨੂੰ ਤਾਂ ਮਾਣ ਮਿਲਣਾ ਚਾਹੀਦਾ ਤੇ ਸਾਨੂੰ ਸਰਕਾਰਾਂ ਨੂੰ ਵੀ ਮਾਣ ਦੇਣਾ ਚਾਹੀਦਾ। ਅੱਜ ਤੱਕ ਸਰਕਾਰ ਨੇ ਕੋਈ ਸਰਟੀਫਿਕੇਟ ਨਹੀਂ, ਕੋਈ ਮੁਲਾਕਾਤ ਨਹੀਂ, ਕੋਈ ਮਿਲਣਾ ਨਹੀਂ, ਕੁਝ ਨਹੀਂ ਹੋਇਆ ਜੀ ਹੁਣ ਤੱਕ। जी बट जिवें आपां गलबात कर रहे सी तुहानू अदर स्टेट दी गवर्नमेंट अपॉर्चुनिटी देण नू रेडी है, बट तुसी तुहाडे माइंड च नहीं आया कि यार मैनू अपॉर्चुनिटी लेनी चाहिदी है? नहीं देखो जी, मैनू हरियाणा स्टेट बुला रही है, बाहर मैं कैनेडा भी जा सकता, मैं आस्ट्रेलिया भी जा सकता क्योंकि मैं काम कर रहा, मेरे को हुनर है, मेरे को अवार्ड है। वो तो चाहते हैं हुनर मन तो लैके जाते हैं कि कोई हुनर हो तो साडे कोल आ जाए। देखो जी, अगर सारे उत्थे चले जाणगे तो फिर अपने अपने कौन देखेगा? उरे होर बच्चे भी हैगे, वो कहंदे अरुण जी तुसीं चले जाओगे तो सानू कौन सिखाएगा? हुण मेरे कोल 12 बच्चे काम सीख रहे हैं, मैं उन्हां नूं भी सिखा रहा। नहीं तो फिर इहदे च पैसा कमाना ही रह गया। मैं बाहर चला गया क्योंकि मैनूं पता मैं पैसा तो मैं उरे भी कमा रहा, अगर मैं बाहर जाऊँगा उत्थे भी मैं पैसा ही कमावांगा। पर मैं जिहड़ा चाहना कि ये आर्ट अपना पंजाब 'ਚ रह जाए क्योंकि उत्थे जाके मैनूं वो अंग्रेज़ां नूं सिखाना पैना। बिल्कुल, वो तां उन्हां दी शर्त ही पहली यही है कि अगर तुसीं साडे कोल आने, असीं तुहानूं रहना भी देवांगे, तुहाडा असीं सारा कुछ देवांगे, पर तुहानूं सिखाना उत्थे स्कूल दे कॉलेज दे विच अंग्रेज़ां नूं पेगा। पर मैं चाहना कि वो मेरे इंडियन क्यों ना अगे वधन, जिथे मैं कल्ला बना रहा, ये आर्ट मेरे नाल ही ना खत्म हो जाए। अगर मेरे नाल दे 2-4 होणगे, अगे 2-4 बंदे नूं होर कराणगे। इस करके मैं पंजाब 'ਚ ही रह के काम सिखाना चाहना, मैं बाहर नहीं जाना चाहता। बट पंजाब दी सरकार ਵੱਲੋਂ ਤੁਹਾਨੂੰ ਤੁਹਾਡੇ आर्ट ਦੇ ਕਰਕੇ ਅੱਜ तक कोई प्राइज मनी या कुछ ਦਿੱਤਾ ਹੋਵੇ? नहीं जी, नहीं, कोई प्राइज मनी नहीं जी, 1 रुपया भी नहीं मिलिया, ना कभी कोई सर्टिफिकेट, ना कोई एप्रीशिएशन, ना कोई पुछ। देखो जी किन्ने किन्ने स्पोर्ट्समैन हो गए, किन्ने कबड्डी आर्टिस्ट हो गए, बेचारे हॉकी के प्लेयर सी बजुर्ग, जब उन्होंने 96 साल की उम्र हुई है, जब जाके उन्होंने कहा ना डॉक्टर ने कि हफ्ता 10 दिन तक रहणगे बस जिंदा, उन्होंने फिर जाके उन्होंने सर्टिफिकेट दिता है कि फिर जाके उन्होंने इनाम दिता है कि क्या फायदा जिस बंदे ने 96 साल की उम्र जिस इनाम दे रहे हो, वो बैड ਦੇ ਵਿੱਚ बैठा कह रहे हैं कि पूरी जिंदगी मैंने हॉकी ਦੇ ਵਿੱਚ मैं वर्ल्ड कप जीते हैं, पर मैनू पहली बार पंजाब सरकार 96 साल की उम्र 'ਚ ਮੈਨੂੰ अवार्ड दे रही है। ऐसी सरकार ਨੂੰ ਕੀ ਕਰੇਗਾ? ਕੋਈ ਕਿਸਮ ਦੱਸਦੇ ਆ ਨਾ ਤੇ ਫਿਰ ਬੰਦਾ ਉਸ ਨੂੰ ਕੀ ਜਵਾਬ ਦੇਗਾ ਕਿ ਜਦ ਮੇਰਾ ਕੰਮ ਖਤਮ ਹੋ ਜਾਏਗਾ, ਮੈਂ ਨਹੀਂ ਰਵਾਂਗਾ ਨਾ, ਫਿਰ ਉਸ ਤੋਂ ਬਾਅਦ ਨਾਮ ਰਹੇਗਾ। ਜੀ ਬਿਲਕੁਲ ਰਹੇਗਾ। ਕੀ ਕਾਰੂਨ ਬਜਾਜ ਸੀ, ਇੱਕ ਨੀਡਲਮੈਨ ਸੀ ਜਿਹੜਾ ਇਹ ਚੀਜ਼ ਬਣਾਉਂਦਾ ਸੀ, ਕਹਿੰਦੇ ਨਾ ਮਰਾ ਹਾਥੀ ਕੱਖ ਦਾ, ਤੇ ਜਿਹੜਾ ਕਹਿੰਦਾ ਨਾ ਉਹ 1.25 ਲੱਖ ਦਾ। 1.25 ਲੱਖ ਦਾ ਇਹ ਕੰਮ ਉਹੀ ਹੋਣਾ। ਹੁਣ ਸਿੱਧੂ ਮੂਸੇਵਾਲੇ ਨੂੰ ਪਹਿਲਾਂ ਵਿਚਾਰੇ ਨੂੰ ਗਾਲਾਂ ਕੱਢਦੇ ਰਹੇ, ਕੋਈ ਨਹੀਂ ਪੁੱਛਦਾ ਸੀ। ਜਦ ਉਹਦੇ ਗੀਤ ਚੱਲ ਪਏ, ਸਭ ਕੁਝ ਹੋ ਗਏ, ਚਾਹੇ ਖਾਰਾ ਸੀ ਚਾਹੇ ਕੁਝ ਵੀ ਸੀ, ਮਰਨ ਤੋਂ ਬਾਅਦ ਉਸਦੀ ਪਹਿਲਾਂ ਨਾਲੋਂ ਜ਼ਿਆਦਾ ਵੈਲਿਊ ਵਧ ਗਈ, ਫੈਨ ਫੋਲੋਇੰਗ ਉਹਨਾਂ ਦੀ ਵਧ ਗਈ ਜੀ। ਇਹੀ ਚੀਜ਼ ਅਗਰ ਤੁਸੀਂ ਬੰਦੇ ਦੇ ਜਿੰਦੇ ਜੀ ਕਰ ਸਕਦੇ ਹੋ ਤੇ ਫਿਰ ਉਹਨੂੰ ਮਰਨ ਤੋਂ ਜ਼ਰੂਰੀ ਉਹਨੂੰ ਮਰਨਾ ਪਵੇ ਜੀ। ਬਿਲਕੁਲ, ਇਹ ਉਰੇ ਇਹੀ ਚੀਜ਼ ਚੱਲ ਰਹੀ ਹੈ ਕਿ ਜਦ ਤੁਸੀਂ ਕੁਝ ਚਾਰੋਂ ਪਾਸੋਂ ਹੱਥ ਛੱਡ ਦੋਗੇ ਨਾ, ਜਦ ਕੋਈ ਨਸ਼ਿਆਂ 'ਚ ਪੈ ਜਾਏਗਾ ਫਿਰ ਮਾਈਕ ਲੈ ਕੇ ਆ ਜਾਏਗਾ, ਫਿਰ ਕहेंगे ਹਾਂਜੀ ਤੁਸੀਂ ਨਸ਼ਾ ਕਿਉਂ ਕਰਿਆ? ਅਗਲਾ ਕਹੇਗਾ ਮੈਨੇ ਇੰਨੇ ਪੁਰਸਕਾਰ ਜਿੱਤੇ ਪਏ ਹੈ, ਇੰਨੇ ਮੈਡਲ ਪਏ ਹੈ, ਇੰਨੇ ਮੇਰੇ ਕੋਲ ਅਵਾਰਡ ਪਏ ਹੈ, ਤੇ ਮੈਂ ਨਸ਼ਾ ਨਹੀਂ ਕਰਾਂਗਾ ਤਾਂ ਮੈਂ ਹੋਰ ਕੀ ਕਰੂੰਗਾ? ਫਿਰ ਅੱਗੇ ਜਵਾਬ ਨਹੀਂ ਹੁੰਦਾ ਕਿਉਂਕਿ ਸਰਕਾਰਾਂ ਦਾ ਬਹੁਤ ਵੱਡਾ ਹੱਥ ਹੈ ਇਹਦੇ 'ਚ। ਅਗਰ ਸਰਕਾਰ ਚਾਹਣ ਤਾਂ ਉਹਦੇ ਨਸ਼ਾ ਖਤਮ ਹੋ ਸਕਦਾ ਹੈ, ਸਰਕਾਰ ਚਾਹਵੇ ਤਾਂ ਉਹਦੇ ਬੱਚੇ ਐਸੇ ਬੱਚੇ ਦੇਖੇ ਜੀ, ਮੈਨੇ ਇੰਟੈਲੀਜੈਂਟ ਦੇਖੇ ਜਿਨ੍ਹਾਂ ਕੋਲ ਆਰਟ, ਅੱਜ ਕੱਲ ਦੇ ਬੱਚੇ ਤਾਂ ਵੈਸੇ ਹੀ ਬਹੁਤ ਤੇਜ਼ ਹੈਗੇ ਆ, ਪਰ ਸਰਕਾਰ ਕੋਈ ਕੁਝ ਨਹੀਂ ਕਰ ਰਹੀ। ਮੈਂ ਇਹਨੂੰ ਕਹਿ ਰਿਹਾ ਕਿ ਮੈਂ ਸਿਖਾਉਣਾ ਚਾਹਨਾ, ਮੈਨੂੰ ਜਗ੍ਹਾ ਦਿੱਤੀ ਜਾਵੇ ਕਿ ਇਹ ਆਰਟ ਮੇਰੇ ਨਾਲ ਹੀ ਨਾ ਖਤਮ ਹੋ ਜੇ। ਅੱਜ ਤੱਕ ਕਿਸੇ ਨੇ ਕੋਈ ਸੁਣਵਾਈ ਨਹੀਂ ਕਰੀ, ਕੋਈ ਅਵਾਰਡ ਨਹੀਂ, ਕੋਈ ਪੁਰਸਕਾਰ ਨਹੀਂ, ਕੋਈ ਪ੍ਰਾਈਜ਼ ਮਨੀ ਨਹੀਂ ਜੀ। ਸੋ ਤੁਹਾਨੂੰ ਨਹੀਂ ਲੱਗਦਾ ਹੈਗਾ ਕਿ ਸੋਸ਼ਲ ਮੀਡੀਆ ਪਲੇਟਫਾਰਮ ਤੁਹਾਡੇ ਆਰਟ ਦੇ ਲਈ ਇੱਕ ਬੈਟਰ ਸਪੇਸ ਹੈ ਔਰ
ਤੁਹਾਡੀ ਆਵਾਜ਼ ਨੂੰ ਅੱਗੇ ਲਿਆਉਣ ਲਈ ਇੱਕ ਬੈਟਰ ਸਪੇਸ ਆ, ਉਹ ਕਦੇ ਯੂਜ਼ ਕੀਤੇ ਹੋਏ ਤੁਸੀਂ? ਜੀ ਇਹ ਤਾਂ ਮੈਂ ਮੰਨਦਾ ਜੀ, ਕਿਉਂਕਿ ਸੋਸ਼ਲ ਮੀਡੀਆ ਕਰਕੇ ਹੀ ਮੈਂ ਅੱਜ ਕਾਮਯਾਬ ਹਾਂ। ਅੱਜ ਮੇਰਾ ਕੰਮ ਹੈ ਸੋਸ਼ਲ ਮੀਡੀਆ ਦੇ ਕਰਕੇ ਹੀ ਹੈ, ਕਿਉਂਕਿ ਜਦ ਵੀ ਮੈਂ ਪਾਣਾ ਲੋਕ ਦੇਖਦੇ ਆ, ਲੋਕ ਦੇਖ ਕੇ ਫਿਰ ਮੈਨੂੰ ਕਾਲ ਕਰਦੇ ਆ, ਕਾਲ ਦੇ ਕੇ ਆਰਡਰ ਬਣਵਾਉਂਦੇ ਆ। ਪਰ ਇਹੀ ਚੀਜ਼ਾਂ ਜਿਹੜੇ ਕਹਿੰਦੇ ਨਾ ਸਰਕਾਰੀ ਗਵਰਨਮੈਂਟ ਦੇ ਬੰਦੇ ਆ ਉਹ ਵੀ ਤਾਂ ਦੇਖਦੇ ਹੋਣੇ ਆ। ਬਿਲਕੁਲ, ਇਹ ਤਾਂ ਨਹੀਂ ਕਿ ਇਕੱਲੇ ਆਮ ਲੋਕ ਹੀ ਦੇਖਦੇ ਆ ਤੇ ਜਿਹੜੇ ਮੰਤਰੀ ਲੋਕ ਆ ਉਹ ਨਹੀਂ ਦੇਖਦੇ, ਪਰ ਉਸ ਤੋਂ ਬਾਅਦ ਦੇਖਣ ਤੋਂ ਬਾਅਦ ਉਹ ਅੱਖਾਂ ਕਿਉਂ ਬੰਦ ਕਰ ਲੈਂਦੇ ਆ? ਮੈਂ ਤਾਂ ਕੋਈ ਗਲਤ ਨਹੀਂ ਕਹਿ ਰਿਹਾ, ਮੈਂ ਜੋ ਬੋਲ ਰਿਹਾ ਸੱਚ ਬੋਲ ਰਿਹਾ ਜੀ, ਕਿਉਂਕਿ ਆਮ ਬੰਦਾ ਇਹ ਚੀਜ਼ ਨਹੀਂ ਬੋਲ ਪਾਉਂਦਾ, ਕਿਉਂਕਿ ਉਹ ਡਰਦਾ ਹੈ। ਉਹ ਇਸ ਕਰਕੇ ਕਹਿੰਦਾ ਕਿ ਮੈਨੂੰ ਕੁਝ ਕਰ ਨਾ ਦੇਣ, ਮੈਨੂੰ ਮੈਂ ਬੋਲਾਂਗਾ ਮੈਨੂੰ ਕੋਈ ਬੋਲ ਤੇ ਗਲਤ ਨਾ ਨਿਕਲ ਜਾਏ ਮੇਰੇ ਕੋਲੋਂ। ਪਰ ਮੈਂ ਇਹ ਜੋ ਸੱਚ ਹੈ ਮੈਂ ਸੱਚ ਹੀ ਬੋਲਦਾ ਆਇਆ। ਅੱਜ ਤੱਕ ਮੇਰੀ ਜਿੰਨੀ ਵੀ ਵੀਡੀਓਜ਼ ਹੈ, ਬਹੁਤ ਮੈਨੂੰ ਪਲੇਟਫਾਰਮ ਮਿਲੇ ਜੀ ਮੀਡੀਆ ਦੇ ਨਾਲ। ਅੱਜ ਮੈਂ ਜੋ ਵੀ ਸਕਸੈਸਫੁਲ ਹੈਗਾ ਮੀਡੀਆ ਦੇ ਬਦੌਲਤ ਹੀ ਹੈਗਾ। ਮੀਡੀਆ ਨੇ ਮੇਰੀ ਆਵਾਜ਼ ਉਹਨਾਂ ਤੱਕ ਪਹੁੰਚਾਈ ਹੈ, ਕਿਉਂਕਿ ਜਦ ਆਪਾਂ ਆਵਾਜ਼ ਪਹੁੰਚਾਉਂਦੇ ਹਾਂ ਤਾਂ ਹੀ ਲੋਕਾਂ ਨੂੰ ਪਤਾ ਲੱਗਦਾ ਹੈ। ਆਪਾਂ ਬੋਲਾਂਗੇ ਨਹੀਂ, ਆਪਾਂ ਡਰ ਕੇ ਬੈਠੇ ਰਵਾਂਗੇ, ਫਿਰ ਤਾਂ ਸਾਰੀ ਜ਼ਿੰਦਗੀ ਘਰ ਹੀ ਬੈਠੇ ਰਹੋ। ਮੇਰਾ ਕਦੀ ਵੀ ਸੋਸ਼ਲ ਮੀਡੀਆ ਦੇ ਵਿੱਚ ਗਲਤ ਕਮੈਂਟ ਨਹੀਂ ਗਿਆ ਕਿਸੇ ਨੂੰ, ਨਾ ਮੈंने ਕਦੀ ਕੋਈ ਗਲਤ ਤਸਵੀਰ ਪਾਈ। ਮੈਂ ਹਮੇਸ਼ਾ ਇਮਾਨਦਾਰੀ ਜ਼ਿੰਦਗੀ ਕੱਢੀ ਹੈ। ਪਰ ਅਗਰ ਸਰਕਾਰ ਚਾਹੇ ਤਾਂ ਇਸ ਆਰਟ ਨੂੰ ਆਪਾਂ ਪੂਰੀ ਦੁਨੀਆ 'ਚ ਲੈ ਕੇ ਜਾ ਸਕਦੇ ਜੀ, ਪੰਜਾਬ ਦਾ ਨਾਮ ਹੋਰ ਰੋਸ਼ਨ ਕਰ ਸਕਦੇ। ਮੈਂ ਆਪ ਕਹਿ ਰਿਹਾ ਜੀ, ਮੈਂ ਇਹ ਲੈ ਕੇ ਨੂੰ ਬਾਹਰ ਲੈ ਕੇ ਜਾਣਾ ਚਾਹੁੰਦਾ। ਬਾਹਰ ਮੈਂ ਪੰਜਾਬ ਦੇ ਸਿਰ ਤੇ ਜਾਣਾ ਚਾਹੁੰਦਾ ਕਿ ਮੈਂ ਪੰਜਾਬ ਗਵਰਨਮੈਂਟ ਦੇ ਤੌਰ ਤੋਂ ਆਇਆ ਤੇ ਜਾ ਕੇ ਆਪਣਾ 10-15 ਦਿਨ ਲਾ ਕੇ ਮੈਂ ਵਾਪਸ, ਮੈंने ਉੱਥੇ ਰਹਿਣਾ ਨਹੀਂ ਹੈ, ਕਿਉਂਕਿ ਮੈਂ ਰਹਿਣਾ ਨਹੀਂ ਚਾਹੁੰਦਾ, ਕਿਉਂਕਿ ਉਰੇ ਆਰਟ ਮੈਂ ਲੋਕਾਂ ਨੂੰ ਸਿਖਾਉਣਾ ਚਾਹੁੰਦਾ। ਇਸੇ ਕਰਕੇ ਜਿਹੜੀ ਨਵੀਂ ਸਰਕਾਰ ਆਈ ਹੈ ਉਹਨਾਂ ਨੂੰ ਇਹੀ ਕਹਿਣਾ ਮੈਂ ਕਿ ਸਰ ਪਲੀਜ਼ ਤੁਸੀਂ ਰਿਕੁਐਸਟ ਹੈ, ਉਰੇ ਜਿਹੜੇ ਨਸ਼ੇ ਕਰ ਰਹੇ ਨਾ ਲੋਕ, ਉਹਨਾਂ ਕੋਲੇ ਬਹੁਤ ਹੁਨਰ ਹੈ, ਵਿਚਾਰੇ ਟੁੱਟੇ ਪਏ ਹੈ। ਅਗਰ ਤੁਸੀਂ ਸਪੋਰਟ ਦੋਗੇ ਤਾਂ ਚੱਲੇਗਾ, ਨਹੀਂ ਤਾਂ ਅਦਰਵਾਈਜ਼ ਨਹੀਂ ਚੱਲਿਆ ਜਾਣਾ। ਕਿਉਂਕਿ ਹੁਣ ਇਹਨਾਂ ਨੇ ਇੱਕ ਲੜਕੇ ਨੂੰ ਦਿੱਤਾ ਹੈ ਜਿਹੜਾ ਮਜ਼ਦੂਰੀ ਕਰ ਰਿਹਾ ਸੀ ਵਿਚਾਰਾ। ਜੀ ਉਹ ਲੜਕਾ ਮਜ਼ਦੂਰੀ ਕਰ ਰਿਹਾ ਸੀ, ਉਹ ਹਾਕੀ ਦਾ ਪਲੇਅਰ ਸੀ। ਅੱਜ ਤੁਹਾਨੂੰ ਦਿਖ ਗਿਆ, ਤੁਸੀਂ ਉਹਨੂੰ ਕੋਚ ਬਣਾਤਿਆ, ਨਹੀਂ ਤਾਂ ਉਸ ਵਿਚਾਰੇ ਨੇ ਕਿੰਨੀ ਮੁਸ਼ਕਲ ਸਹੀ ਹੋਈਗੀ। ਬਿਲਕੁਲ, ਤੁਹਾਨੂੰ ਨਹੀਂ ਪਤਾ ਸਰ, ਰਾਤੋਂ ਰਾਤ ਕੋਈ ਸਟਾਰ ਨਹੀਂ ਬਣ ਜਾਂਦਾ। ਇੱਕ ਰਾਤ ਆਉਣ ਵਾਸਤੇ ਕਿੰਨੇ ਸਾਲ ਲੱਗਦੇ ਆ, ਕਿੰਨੀਆਂ ਰਾਤਾਂ ਲੱਗਦੀਆਂ, ਤਾਂ ਉਹ ਇੱਕ ਰਾਤ ਆਉਂਦੀ ਹੈ ਜਦ ਬੰਦਾ ਸਟਾਰ ਬਣਦਾ ਹੈ। ਪਰ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਹੈ, ਕਿਉਂਕਿ ਦੇਖੋ ਇਹ ਵੀ ਮੁੱਖ ਮੰਤਰੀ ਤੋਂ ਗਏ ਅੱਗੇ, ਹੁਣ ਅੱਜ ਸੀਐਮ ਹੈ। ਇਹਨਾਂ ਨੇ ਕਿੰਨੇ ਪਾਪੜ ਬੇਲ ਕੇ ਉਰੇ ਤੱਕ ਪਹੁੰਚੇ ਹੈ, ਕਿੰਨੀ ਮਿਹਨਤ ਕਰੀ ਹੈ ਇਹਨਾਂ ਨੇ। ਅੱਜ ਇਹ ਲੱਗੇ ਨਾ ਜੀ, ਸਾਡੇ ਵੀ ਇਹੀ ਸਪੋਰਟ ਹੁੰਦੀ ਹੈ ਕਿ ਸਾਨੂੰ ਸਰਕਾਰ ਸਪੋਰਟ ਕਰੇ ਤਾਂ ਅਸੀਂ ਵੀ ਇਹਦੇ ਬਦੌਲਤ ਅੱਗੇ ਜਾਈਏ ਕਿ ਆਪਣੇ ਪੰਜਾਬ ਦਾ, ਇੰਡੀਆ ਦਾ ਅਸੀਂ ਨਾਮ ਪੂਰੀ ਦੁਨੀਆ 'ਚ ਰੋਸ਼ਨ ਕਰੀਏ। ਪਰ ਸਰਕਾਰ ਨੂੰ ਗੁਜ਼ਾਰਿਸ਼ ਹੈ, ਬਾਕੀ ਸਰਕਾਰ ਦੀ ਮਰਜ਼ੀ ਹੈ ਜੀ। ਸੋ ਅਰੁਣ ਜੀ, ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਆਪਣੀ ਸੈਂਟਰ ਗਵਰਨਮੈਂਟ ਹੈ, ਮੋਦੀ ਜੀ ਨੇ ਇੰਨੀ ਸਕੀਮਾਂ ਲੈ ਕੇ ਆਈ ਆ ਇੰਡੀਆ ਦੇ ਵਿੱਚ, ਬਟ ਸਟੇਟ ਵੱਲੋਂ ਇਹ ਕੁਝ ਨਹੀਂ ਪ੍ਰੋਵਾਈਡ ਕੀਤਾ ਜਾ ਰਿਹਾ ਤੁਹਾਨੂੰ? ਮਤਲਬ ਇਹ ਤਾਂ ਗੱਲ ਹੈ ਉਹੀ ਹੋ ਗਈ ਕਿ ਜੇ ਮੈਂ ਤੁਹਾਡੇ ਤੋਂ ਸਿੱਖਣਾ ਚਾਹਾਂ ਜਾਂ ਮੈਂ ਕਲਾ ਨੂੰ ਐਪਰੀਸ਼ੀਏਟ ਕਰਾਂ ਕਿ ਫਿਰ ਮੈਨੂੰ ਆਪਣੀ ਰੋਜ਼ੀ ਰੋਟੀ ਭੁੱਲਣੀ ਪਏਗੀ ਜਾਂ ਰੋਜ਼ੀ ਰੋਟੀ ਦਾ ਹੋਰ ਕੋਈ ਸਾਧਨ ਲੱਭਣਾ ਪਏਗਾ। ਸੋ ਇਸ ਚੀਜ਼ ਤੇ ਕੀ ਕਹੋਗੇ ਤੁਸੀਂ? ਦੇਖੋ ਜੀ, ਉਹੀ ਤਾਂ ਹੁੰਦਾ ਨਾ ਜਿਹੜਾ ਕਹਿੰਦੇ ਨਾ ਇਨੋਵੇਸ਼ਨ ਕਰੋ, ਨਵਾਂ ਸਕਿੱਲ ਕਰੋ, ਨਵੇਂ ਕੰਮ ਕਰੋ। ਤੁਸੀਂ ਅਗਰ ਉਸ ਨੂੰ ਸਪੋਰਟ ਹੀ ਨਹੀਂ ਕਰੋਗੇ, ਤੁਸੀਂ ਉਹਨੂੰ ਮਦਦ ਹੀ ਨਹੀਂ ਕਰੋਗੇ, ਤਾਂ ਅੱਗੇ ਕਿਵੇਂ ਵਧੇਗਾ? ਜਾਂ ਤਾਂ ਉਹ ਆਪਣਾ ਕੰਮ ਕਰੇਗਾ, ਰੋਜ਼ ਦਾ ਰੋਜੀ ਰੋਟੀ ਚਲਾਏਗਾ, ਫਿਰ ਉਹ ਇਨੋਵੇਸ਼ਨ ਕਿਸ ਟਾਈਮ ਕਰੇਗਾ? ਇਨੋਵੇਸ਼ਨ ਕਰਨ ਵਾਸਤੇ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ, ਲਾਈਫ ਲੱਗ ਜਾਂਦੀ ਹੈ। ਉਹਦੇ ਵਿੱਚ ਬਾਹਰਲੇ ਲੋਕ ਸਪੋਰਟ ਦੇ ਦਿੰਦੇ ਆ। ਫੋਰਨ ਦੇ ਬਹੁਤ ਲੋਕ ਐਸੇ ਆ ਜਿਹੜੇ ਪੰਜਾਬੀਆਂ ਨੂੰ ਪਿਆਰ ਕਰਦੇ ਆ। ਅਗਲਾ ਕਹਿੰਦਾ ਸਾਡਾ ਪੰਜਾਬ ਬਚਿਆ ਰਵੇ, ਜਿਹੜੀ ਉਤਰੀ ਜਵਾਨੀ ਆ ਉਹ ਬਚੀ ਰਵੇ। ਆਮ ਪ੍ਰਾਈਵੇਟ ਬੰਦਾ ਕਰ ਰਿਹਾ, ਪਰ ਸਰਕਾਰ ਕੀ ਕਰ ਰਹੀ ਹੈ? ਕਿਉਂਕਿ ਅਸੀਂ ਦੇਖਦੇ ਹਾਂ ਰੋਜ਼ ਸਰਕਾਰ ਜਿੱਤੇ ਵੀ ਜਾਓ, ਜਿਹਨੂੰ ਵੀ ਮਿਲੋ, ਅਗਲਾ ਕਹਿੰਦਾ ਪਹਿਲਾਂ ਮੈਨੂੰ ਫੋਟੋ ਬਣਾ ਕੇ ਦੇ ਦੇ, ਮੈਨੂੰ ਫੋਟੋ ਬਣਾ ਕੇ ਦੇ ਦੇ। ਹੁਣ ਪਹਿਲਾਂ ਕਿੰਨੀਆਂ ਫੋਟੋ ਬਣਾ ਕੇ ਦੇਣੀਆਂ ਪੈਣਗੀਆਂ ਜਦ ਮੈਂ ਸੀਐਮ ਸਾਹਿਬ ਤੱਕ ਪਹੁੰਚਾਂਗਾ ਜੀ। ਪਰ ਇਹੀ ਮੈਂ ਪੀਐਮ ਸਾਹਿਬ ਨਾਲ ਜਦ ਗੱਲ ਕਰੀ ਸੀ ਮੋਦੀ ਜੀ ਨਾਲ, ਤਾਂ ਉਹਨਾਂ ਨੇ ਕਿਹਾ ਸੀ ਕਿ ਤੁਹਾਡੀ ਜਿਹੜੀ ਸਟੇਟ ਗਵਰਨਮੈਂਟ ਹੈ ਉਹ ਸਾਨੂੰ ਲਿਖ ਕੇ ਦੇਗੀ ਤਾਂ ਅਸੀਂ ਉਹਦੇ ਵਿੱਚ ਕਰ ਸਕਦੇ ਹਾਂ। ਪਰ ਸਾਨੇ ਆਲਰੇਡੀ ਪਹਿਲੀ ਸਕਿੱਲ ਡਿਵੈਲਪਮੈਂਟ ਦੇ ਵਿੱਚ ਨਾ ਸਾਨੇ ਸ਼ੁਰੂ ਕਰ ਰੱਖਿਆ ਇਨੋਵੇਸ਼ਨ ਦਾ, ਤੇ ਉਹਦੇ ਵਿੱਚ ਤੁਹਾਨੂੰ ਤੁਹਾਡੀ ਸਟੇਟ ਗਵਰਨਮੈਂਟ ਸਪੋਰਟ ਦੇਗੀ। ਪਰ ਸਟੇਟ ਗਵਰਨਮੈਂਟ ਆ ਉੱਥੇ ਮਿਲ ਹੀ ਨਹੀਂ ਪਾ ਰਹੇ, ਨਾ ਪੁੱਛ ਪਾ ਰਹੇ ਆ। ਪਹਿਲਾਂ ਤਾਂ ਮਿਲਣਾ ਕੈਪਟਨ ਸਾਹਿਬ ਦਾ ਆਸਾਨ ਸੀ ਕਿਉਂਕਿ ਉਹ ਪਟਿਆਲੇ ਦੇ ਸੀ। ਹੁਣ ਜਿਹੜੇ ਬਣੇ ਸੀਐਮ ਸਾਹਿਬ ਇਹਨਾਂ ਨੂੰ ਤਾਂ ਮਿਲਣਾ ਹੀ ਬਹੁਤ ਮੁਸ਼ਕਲ ਹੈ। ਪਹਿਲਾਂ ਤਾਂ ਕਹਿੰਦੇ ਆਮ ਆਦਮੀ ਸਰਕਾਰ, ਪਰ ਇਹ ਆਮ ਆਦਮੀ ਦੀ ਸਰਕਾਰ ਨਹੀਂ ਹੈ, ਇਹ ਬਹੁਤ ਰਿਚ ਲੋਕਾਂ ਦੀ ਸਰਕਾਰ ਹੈ। ਮੈਂ ਕਦੀ ਕਿਸੇ ਦੇ ਖਿਲਾਫ ਨਹੀਂ ਗਿਆ, ਪਰ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ, ਜਦ ਆਪਾਂ ਮਿਹਨਤ ਕਰ ਰਹੇ ਹਾਂ, ਤੁਸੀਂ ਇੰਨੀ ਜ਼ਿਆਦਾ ਲੋਕਾਂ ਦੀ ਮਦਦ ਕਰ ਰਹੇ ਹੋ, ਤੇ ਫਿਰ ਆਰਟਿਸਟਾਂ ਦੀ ਜਿਨ੍ਹਾਂ ਨੇ ਇਨੋਵੇਸ਼ਨ ਕਰੀ ਹੈ, ਤੁਸੀਂ ਐਸੇ ਬੰਦੇ ਕਿਉਂ ਨਹੀਂ ਦੇਖ ਰਹੇ ਕਿ ਜਿਹੜੇ ਬੰਦੇ ਕੋਈ ਅਲੱਗ ਤੋਂ ਕੁਝ ਕੱਢ ਕੇ ਲੈ ਕੇ ਆ ਰਹੇ ਹੈ ਪੰਜਾਬ ਦਾ ਨਾਮ? ਇਹ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਜੀ, ਮੈਂ ਆਪਣੇ ਆਪ ਨੂੰ ਰੱਬ ਦਾ ਨਹੀਂ ਕਹਿੰਦਾ, ਪਰ ਅਸੀਂ ਕਈ ਲੋਕਾਂ ਦੀ ਸੁਪਨਿਆਂ ਦੇ ਕਾਰਨ ਆ ਜੀ। ਅਗਲਾ ਕਹਿੰਦਾ ਉਹ ਇਹ ਕੰਮ ਕਰਦਾ, ਅਸੀਂ ਕਿਉਂ ਨਹੀਂ ਕਰ ਸਕਦੇ ਜੀ? ਮੇਰੇ ਵਰਗੇ ਇੰਸਪਾਇਰ ਹੋ ਕੇ ਕਹਿ ਦੇਣ ਵੀ ਮੈਂ ਵੀ ਸਿੱਖਣਾ ਹੈ, ਬਟ ਮੈਨੂੰ ਇਹ ਉਹੀ ਗੱਲ ਕਿ ਮੈਨੂੰ ਆਪਣਾ ਫਿਊਚਰ ਇਸ ਲਾਈਨ 'ਚ ਸਿਕਿਉਰ ਨਹੀਂ ਦਿਖਦਾ, ਕਿਉਂਕਿ ਉਹੀ ਰੋਜ਼ੀ ਰੋਟੀ ਦਾ ਸਾਧਨ ਨਹੀਂ ਹੈ। ਕਿੰਨੇ ਲੋਕ ਸੁਪਨਾ ਲੈਂਦੇ ਕਿ ਅਗਰ ਉਹ ਬਣ ਸਕਦੇ ਤਾਂ ਅਸੀਂ ਕਿਉਂ ਨਹੀਂ ਬਣ ਸਕਦੇ? ਫਿਰ ਮੈਂ ਉਹਨਾਂ ਨੂੰ ਬੱਚਿਆਂ ਨੂੰ ਕਹਿੰਦਾ, ਮੈਂ ਕਿਹਾ ਬੇਟਾ ਹਿੰਮਤ ਨਾ ਹਾਰੋ, ਪਰਮਾਤਮਾ ਤੇ ਤੁਸੀਂ ਭਰੋਸਾ ਰੱਖੋ, ਇੱਕ ਨਾ ਇੱਕ ਦਿਨ ਦਾ ਤੁਹਾਡਾ ਆਏਗਾ। ਇਹਦੇ 'ਚ ਮੇਰੀ ਰੋਟੀ ਤਾਂ ਚੱਲ ਰਹੀ ਹੈ ਨਾ, ਨਾਮ ਵੀ ਹੈ, ਲੋਕ ਪਸੰਦ ਵੀ ਕਰਦੇ ਆ, ਰੋਟੀ ਵੀ ਚੱਲ ਰਹੀ ਹੈ। ਪਰ ਮੇਰੀ ਇੱਕ ਗੁਜ਼ਾਰਿਸ਼ ਹੈ ਸਰਕਾਰ ਦੇ ਨਾਲ ਕਿ ਸਰਕਾਰ ਜਦ ਤੁਸੀਂ ਵੀ ਕੋਈ ਲੋਕ ਵਿਚਾਰੇ ਨਸ਼ਿਆਂ ਤੋਂ ਹਟਾਉਂਦੇ ਹੋ, ਉਹਨਾਂ ਨੂੰ ਅਲੱਗ ਕਰ ਦੋਗੇ, ਤੁਸੀਂ ਜ਼ਿਆਦਾ ਤੋਂ ਜ਼ਿਆਦਾ ਕੀ ਕਰੇਗਾ, ਕਿਸੇ ਦੁਕਾਨ ਤੇ ਲੱਗ ਜਾਏਗਾ। ਪਰ ਦਿਮਾਗ ਦੇ ਵਿੱਚ ਜਿਹੜਾ ਕੋਈ ਇੱਕ ਨਵੀਂ ਚੀਜ਼ ਕੱਢ ਕੇ ਲੈ ਕੇ ਆਉਂਦਾ ਹੈ, ਇੱਕ ਨਵੀਂ ਇਨੋਵੇਸ਼ਨ ਕਰਦਾ ਹੈ, ਪਰ ਉਸ ਨੂੰ ਸਪੋਰਟ ਜ਼ਰੂਰ ਦਿਓ। ਚਾਹੇ ਉਹ ਮੈਨੂੰ ਰਹਿਣ ਦਿਓ, ਮੈਨੇ ਜਿੰਨਾ ਕਰਨਾ ਸੀ ਮੈਨੇ ਕਰ ਲਿਆ, ਮੈਨੂੰ ਲੋੜ ਨਹੀਂ ਹੈ। ਪਰ ਜਿਹੜੇ ਹੋਰ ਲੋਕ ਹੈ ਨਾ, ਜਿਹੜੇ ਅੱਗੇ ਵਧਣਾ ਚਾਹੁੰਦੇ ਆ, ਜਿਹੜੇ ਆਪਣੇ ਇੰਡੀਆ ਨੂੰ, ਪੰਜਾਬ ਨੂੰ ਉੱਪਰ ਲੈ ਕੇ ਜਾਣਾ ਚਾਹੁੰਦੇ ਆ, ਉਹਨਾਂ ਨੂੰ ਲੈ ਜਾਓ। ਕਿਉਂਕਿ ਸਾਨੇ ਤਾਂ ਜੋ ਖੱਟਣਾ ਸੀ ਉਹ ਖੱਟ ਲਿਆ, ਅਸੀਂ ਜਿੰਨਾ ਦੁਨੀਆ ਦੇ ਵਿੱਚ ਨਾਮ ਕਰਨਾ ਸੀ ਕਰ ਲਿਆ, ਸਾਨੂੰ ਕੋਈ ਇਤਰਾਜ਼ ਨਹੀਂ ਹੈ।
ਪਰ ਮੈਂ ਇਹਨਾਂ ਚਾਹੁੰਦਾ ਕਿ ਜਿਹੜਾ ਬੰਦਾ 30 ਸਾਲ ਲਾ ਕੇ ਆਪਣੀ ਅੱਧੀ ਤੋਂ ਜ਼ਿਆਦਾ ਜ਼ਿੰਦਗੀ ਇਸੀ ਆਰਟ ਦੇ ਵਿੱਚ ਦੇਣ ਤੋਂ ਬਾਅਦ ਤੁਹਾਡੇ ਕੋਲੋਂ ਕੁਝ ਹਾਸਲ ਨਹੀਂ ਮਿਲਦਾ, ਉਹਦੇ ਵਿੱਚ ਮੇਰਾ ਰੋਂਗ ਪੁਆਇੰਟ ਨਹੀਂ ਹੈ, ਤੁਹਾਡਾ ਰੋਂਗ ਪੁਆਇੰਟ ਹੈ, ਕਿਉਂਕਿ ਸਾਨੂੰ ਦੇਖ ਕੇ ਹੋਰ ਲੋਕਾਂ ਦਾ ਵੀ ਮਨ ਟੁੱਟਦਾ ਹੈ। ਮੇਰੀ ਰਿਕੁਐਸਟ ਜ਼ਰੂਰ ਸੁਣਿਓ ਜੀ। ਸੋ ਅਰੁਣ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਕੀਮਤੀ ਸਮਾਂ ਦੇਣ ਦੇ ਲਈ ਸਾਨੂੰ, ਤੇ ਉਮੀਦ ਕਰਦੇ ਹਾਂ ਸਰਕਾਰ ਤੱਕ ਤੁਹਾਡੀ ਇਹ ਆਵਾਜ਼ ਜ਼ਰੂਰ ਜਾਵੇ ਤੇ ਤੁਹਾਡੇ ਆਰਟ ਨੂੰ ਐਪਰੀਸ਼ੀਏਸ਼ਨ ਮਿਲੇ ਤੇ ਸਾਡੇ ਵਰਗੇ ਲੋਕੀ ਤੁਹਾਡੇ ਨਾਲ ਇੰਸਪਾਇਰ ਹੁੰਦੇ ਰਹੇ ਤੇ ਤੁਹਾਡੇ ਆਰਟ ਨੂੰ ਅਸੀਂ ਦੇਖਦੇ ਰਹੀਏ। ਸੋ ਗੱਭਰੂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਦਾਂ ਦੇ ਹੀ ਹੋਰ ਹੁਨਰ ਦੇ ਨਾਲ ਤੁਹਾਨੂੰ ਰੂਬਰੂ ਕਰਵਾਵਾਂਗੀ ਤੇ ਬਣੇ ਰਹੋ ਸਾਡੇ ਸ਼ੋਅ ਦੇ ਵਿੱਚ ਜੈਮਸ ਆਫ ਪੰਜਾਬ। ਸਟੇ ਟਿਊਨ ਵਿਦ ਗੱਭਰੂ ਟੀਵੀ।